ਸਤਿ ਸ਼੍ਰੀ ਅਕਾਲ ਔਨ 에ਅਰ ਦੇਖ ਰਹੇ ਹੋ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਮੇਰੇ ਨਾਲ ਜੁੜਨਗੇ ਮੇਰੇ ਸਹਿਯੋਗੀ ਰਾਓ ਵਰਿੰਦਰ ਸਿੰਘ। ਲਾਰੈਂਸ ਬਿਸ਼ਨੋਈ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਹੈ ਕਿ ਕੀ ਪੁੱਛਗਿੱਛ ਚੱਲ ਰਹੀ ਹੈ, ਲਾਰੈਂਸ ਕਿਹੜੀਆਂ ਗੱਲਾਂ ਤੇ ਮੰਨਿਆ, ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਕੀ ਹੁਣ ਤੱਕ ਹੋਇਆ, ਇਹਦੀ ਸਟੇਟਸ ਰਿਪੋਰਟ ਦਾਖਲ ਕੀਤੀ ਗਈ ਹੈ। ਉਹ ਸਟੇਟਸ ਰਿਪੋਰਟ ਦੇ ਆਧਾਰ ਤੇ 10 ਅਰੈਸਟ ਦੀ ਜਿਹੜੀ ਗੱਲ ਕੀਤੀ ਹੈ ਉਹਨੂੰ ਲੈ ਕੇ ਅਸੀਂ ਇੱਕ ਵਿਸ਼ੇਸ਼ ਜਿਹੜੀ ਚਰਚਾ ਕਰ ਰਹੇ ਹਾਂ ਔਰ ਤੁਹਾਨੂੰ ਪਲ ਪਲ ਦੀ ਡਿਟੇਲ ਜਿਹੜੀ ਹੈ ਸਾਰੀ तमाम ਡਿਟੇਲ ਮੇਰੇ ਨਾਲ ਮੇਰੇ ਸਹਿਯੋਗੀ ਰਾਓ ਵਰਿੰਦਰ ਸਿੰਘ ਨੇ ਅਸੀਂ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕੜੀ ਦਰ ਕੜੀ ਕਿਵੇਂ ਜੁੜਦੀ ਹੈ, ਕਿਵੇਂ ਪੁਲਿਸ ਹੁਣ ਤੱਕ ਲਾਰੈਂਸ ਬਿਸ਼ਨੋਈ, ਜਿਸ ਨੂੰ ਕਿ ਇਸ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਹੈ, ਲਾਰੈਂਸ ਬਿਸ਼ਨੋਈ ਤੱਕ ਪੁਲਿਸ ਆਖਰ ਕਿਵੇਂ ਕੜੀ ਜੋੜਦੀ ਹੈ ਔਰ ਪਹਿਲਾ ਬੰਦਾ ਕੌਣ ਗ੍ਰਿਫਤਾਰ ਹੁੰਦਾ ਔਰ ਕਿਵੇਂ ਇੱਕ ਇੱਕ ਕਰਕੇ ਪੁਲਿਸ ਇੱਥੋਂ ਤੱਕ ਪਹੁੰਚੀ ਹੈ। ਸਭ ਤੋਂ ਪਹਿਲਾ ਜਿਹੜਾ ਬੰਦਾ ਇਸ ਪਿਕਚਰ ਦੇ ਵਿੱਚ ਆਉਂਦਾ ਹੈ, ਕਿਉਂਕਿ ਦੋ ਗੱਡੀਆਂ ਜਿਹੜੀਆਂ ਵਰਤੀਆਂ ਗਈਆਂ, ਤੁਸੀਂ ਸੀਸੀਟੀਵੀ ਦੇਖੀ, ਜਿਹੜੀ ਸਿੱਧੂ ਮੂਸੇਵਾਲੇ ਦੀ ਗੱਡੀ ਦੇ ਪਿੱਛੇ ਕਰੋਲਾ ਲੱਗਦੀ ਹੈ, ਇੱਕ ਬਲੈਰੋ ਤੁਸੀਂ ਗੱਡੀ ਦੇਖੀ ਹੈ, ਉਹ तमाम ਸੀਸੀਟੀਵੀ ਦੇ ਵਿੱਚ ਉਹ ਸਾਰੀਆਂ ਗੱਲਾਂ ਆਉਂਦੀਆਂ ਨੇ, ਤੁਸੀਂ ਪਹਿਲਾਂ ਦੇਖ ਚੁੱਕੇ ਹੋ। ਪਰ ਜਿਹੜੀ ਉਹ ਕਰੋਲਾ ਗੱਡੀ ਸੀ, ਉਹ ਸਟੇਟਸ ਰਿਪੋਰਟ ਇਹ ਕਹਿੰਦੀ ਹੈ ਰਾਓ ਵਰਿੰਦਰ ਕੇ ਥਾਰ ਜਿਹੜੀ ਸਿੱਧੂ ਮੂਸੇਵਾਲੇ ਦੀ ਉਹਦੇ ਵਿੱਚ ਜਾ ਕੇ ਵੱਜਦੀ ਹੈ। ਇਹ ਬਿਲਕੁਲ ਜਿਹੜੀ ਥਾਰ ਹੈ, ਜਦੋਂ ਥਾਰ ਦੇ ਕੋਲ ਕਰੋਲਾ ਪਹੁੰਚਦੀ ਆ ਤਾਂ ਉਹ ਦੱਸਿਆ ਜਾਂਦਾ ਹੈ ਕਿ ਜਿਹੜੇ ਸ਼ੂਟਰ ਉਹਦੇ ਵਿੱਚ ਸੀ, ਦੋ ਸ਼ੂਟਰ ਦੱਸੇ ਜਾ ਰਹੇ ਨੇ ਕਿ ਦੋ ਕਰੋਲਾ ਸੀ, ਦੋ ਪਿੱਛੇ ਬਲੈਰੋ ਚ ਸੀ ਤੇ ਨਾਲ ਕੁਝ ਉਹਨਾਂ ਦੇ ਐਸੋਸੀਏਟ ਸੀ ਜਾਂ ਜਿਹੜੇ ਗੱਡੀ ਚਲਾ ਰਹੇ ਹੋਣਗੇ। ਤਾਂ ਜਿਵੇਂ ਹੀ ਉਹ ਦੂਸਰਾ ਮੋੜ ਜਿਹੜਾ ਸ਼ੂਟਰ ਦੀ ਹੁਣ ਤੱਕ ਗੱਲ ਸਿਰਫ ਸਾਹਮਣੇ ਆਈ ਹੈ, ਪਹਿਲਾਂ ਜਿਵੇਂ 8 ਦੀਆਂ ਫੋਟੋਆਂ ਆਈਆਂ, 8 ਸ਼ੂਟਰ ਕਹੇ ਗਏ, ਤਾਂ ਇਹ ਥਿਊਰੀ ਚੇਂਜ ਹੋ ਗਈ, ਹੁਣ 4 ਤੇ ਆ ਗਈ ਗੱਲ। ਬਿਲਕੁਲ 4 ਤੇ ਆ ਗਈ ਪ੍ਰੋਪਰ। ਹੁਣ 4 ਜਿਹੜੇ ਪੁਲਿਸ ਨੇ ਇਸ ਸਟੇਟਸ ਰਿਪੋਰਟ ਦੇ ਵਿੱਚ ਵੀ ਨਾਂ ਦਿੱਤੇ ਨੇ ਤੇ ਉਹਨਾਂ ਤੇ ਪ੍ਰੋਪਰ ਪੁਲਿਸ ਇਹ ਮੰਨ ਰਹੀ ਹੈ ਕਿ ਇਹੀ ਅਸਲ ਸ਼ੂਟਰ ਨੇ, ਜਿਹੜੇ ਕਿ ਹਾਲੇ ਆਪਾਂ ਕੱਲ ਵੀ ਕਿਹਾ ਸੀ ਕਿ ਗ੍ਰਿਫਤਾਰ ਨਹੀਂ ਹੋਏ। ਇਹ ਇੱਕ ਵੱਡੀ ਗੱਲ ਹੈ ਕਿ ਹਾਲੇ ਤੱਕ 16-17 ਦਿਨ ਬੀਤ ਜਾਣ ਤੋਂ ਬਾਅਦ ਵੀ ਅਸਲ ਸ਼ੂਟਰ ਤਾਂ ਗ੍ਰਿਫਤਾਰ ਨਹੀਂ ਹੋਏ। ਇਹ 10 ਜਿਹੜੇ ਲੋਕੀ ਨੇ ਮੱਕੜ ਸਾਹਿਬ, ਇਹਦੇ ਚ 10 ਨੇ ਜਿਹੜੇ, ਇਹ ਵੀ ਗੌਰ ਕਰਨ ਵਾਲੀ ਹੈ ਕਿ ਜ਼ਿਆਦਾ ਤਾਂ ਜਿਹੜੇ ਪਹਿਲਾਂ ਜੇਲ੍ਹਾਂ ਦੇ ਵਿੱਚ ਹੀ ਬੰਦ ਸੀ, ਯਾਨੀ ਕਿ ਉਹਨਾਂ ਨੂੰ ਅਰੈਸਟ ਕਰਨ ਦੇ ਲਈ ਕੋਈ ਖਾਸ ਉਹ ਨਹੀਂ ਹੋਇਆ। ਤਕਰੀਬਨ 4 ਜਿਹੜੀ ਅਰੈਸਟ ਦੀ ਗੱਲ ਦੱਸਦੀ ਕੀਤੀ ਜਾ ਰਹੀ ਹੈ, ਉਹਦੇ ਚੋਂ ਤਕਰੀਬਨ 4 ਜਿਹੜੇ ਆਲਰੇਡੀ ਜੇਲ੍ਹਾਂ ਦੇ ਵਿੱਚ ਸੀਗੇ। ਬਿਲਕੁਲ 4 ਜਾਂ 5 ਜੇਲ੍ਹਾਂ ਦੇ ਵਿੱਚ ਸੀ। ਤੇ ਜੇਕਰ ਉਸ ਤੋਂ ਬਾਅਦ ਆਪਾਂ ਕਰੀਏ ਤਾਂ ਮਨਪ੍ਰੀਤ ਜਿਹੜਾ ਮੰਨੇ ਦੀ ਜਿਹੜੀ ਸਭ ਤੋਂ ਪਹਿਲਾਂ ਇਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਸੀ, ਤਾਂ ਇਹਨੂੰ ਸਭ ਤੋਂ ਪਹਿਲਾਂ ਲਿਆਂਦਾ ਜਾਂਦਾ ਹੈ ਕਿਸੇ ਤਰੀਕੇ ਦੇ ਨਾਲ। ਪਤਾ ਚੱਲਦਾ ਮੰਨੇ ਤੱਕ ਕਿਵੇਂ ਪਹੁੰਚਦੀ ਹੈ ਪੁਲਿਸ, ਮੰਨੇ ਤੱਕ ਕਿਸੇ ਤਰੀਕੇ ਦੇ ਨਾਲ ਪਤਾ ਚੱਲਦਾ ਕਿਉਂਕਿ ਇਹਨਾਂ ਦਾ ਐਸੋਸੀਏਟ ਰਿਹਾ ਸੀਗਾ ਲਾਰੈਂਸ ਬਿਸ਼ਨੋਈ ਦਾ ਇਹ, ਤੇ ਇਹਨਾਂ ਨੂੰ ਸੀ ਕਿ ਇਸ ਤੋਂ ਕੁਝ ਸਾਨੂੰ ਅਹਿਮ ਲੀਡ ਮਿਲ ਸਕਦੀ ਹੈ। ਤੇ ਫਿਰ ਮੰਨਾ ਨੂੰ, ਜੋ ਕਿ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜਿਹੜਾ ਅਸੀਂ ਦੱਸ ਰਹੇ ਹਾਂ ਗ੍ਰਾਫਿਕ ਦੇ ਜ਼ਰੀਏ, ਕਿ ਇਹਨੂੰ ਲਿਆਂਦਾ ਜਾਂਦਾ ਹੈ, ਫਿਰ ਇਹਦੀ ਇੰਟਰੋਗੇਸ਼ਨ ਕੀਤੀ ਜਾਂਦੀ ਹੈ, ਫਿਰ ਇਹ ਦੱਸਦਾ ਜਿਹੜੀ ਇਹ ਕਰੋਲਾ ਗੱਡੀ ਸੀ, ਦਰਸ਼ਕਾਂ ਨੂੰ ਇਹ ਸਾਂਝਾ ਕਰਦੇ ਹਾਂ ਕਿ ਕਰੋਲਾ ਗੱਡੀ ਜਿਹੜੀ ਹੈ ਸਟੇਟਸ ਰਿਪੋਰਟ ਕਹਿੰਦੀ ਹੈ ਕਿ ਉਹ ਥਾਰ ਦੇ ਵਿੱਚ, ਸਿੱਧੂ ਵਾਲੀ ਥਾਰ ਦੇ ਵਿੱਚ ਜਾ ਵੱਜਦੀ ਹੈ ਜੀ। ਕਿਉਂਕਿ ਅਸੀਂ ਸ਼ੁਰੂਆਤ ਦੇ ਵਿੱਚ ਜਦੋਂ ਕ੍ਰਾਈਮ ਸੀਨ ਤੇ ਵੀ ਪਹੁੰਚੇ ਸੀ ਤੇ ਇਹ ਦੇਖ ਰਹੇ ਸੀ ਕਿ ਆਖਰ ਕੀ ਫੀਲਡਿੰਗ ਲਾ ਕੇ ਗੋਲੀਆਂ ਪਹਿਲਾਂ ਟਾਇਰਾਂ ਦੇ ਵਿੱਚ ਮਾਰੀਆਂ ਜਾਂਦੀਆਂ, ਸਿੱਧੂ ਦੀ ਥਾਰ ਨੂੰ ਰੋਕਿਆ ਕਿੱਥੇ ਜਾਂਦਾ, ਉਹ ਸਾਰੇ ਸੀਗੇ। ਤਾਂ ਸਟੇਟਸ ਰਿਪੋਰਟ ਇਹ ਕਹਿ ਰਹੀ ਹੈ ਕਿ ਥਾਰ ਦੇ ਵਿੱਚ ਕਰੋਲਾ ਜਾ ਵੱਜਦੀ ਹੈ ਔਰ ਉਹਦੀ ਇੱਕ ਬਾਰੀ ਜਿਹੜੀ ਹੈ ਉਹ ਨੁਕਸਾਨੀ ਜਾਂਦੀ ਹੈ। ਬਾਅਦ ਦੇ ਵਿੱਚ ਉਹ ਗੱਡੀ ਜਿਹੜੀ ਹੈ ਉਹ ਬਰਨਾਲੇ ਵਾਲੇ ਪਾਸੇ ਖਾਰੇ ਪਿੰਡ ਨੂੰ ਜਦੋਂ ਇਹ ਭੱਜ ਜਾਂਦੇ ਆ ਰਾਓ ਵਰਿੰਦਰ, ਤਾਂ ਉੱਥੇ ਜਾ ਕੇ ਇਹ ਕਰੋਲਾ ਛੱਡ ਦਿੰਦੇ ਔਰ ਇੱਕ ਐਲਟੋ ਗੱਡੀ ਜਿਹੜੀ ਹੈ ਉਹ ਗਨ ਪੁਆਇੰਟ ਤੇ ਖੋਹ ਕਰ ਲੈਂਦੇ, ਜਿਹੜੀ ਅਗਲੇ ਦਿਨ ਜਾ ਕੇ ਐਲਟੋ ਗੱਡੀ ਧਰਮਕੋਟ ਸਵੇਰੇ 3 ਵਜੇ ਮਿਲਦੀ ਹੈ। ਇਹ ਜਿਹੜੀ ਕਰੋਲਾ ਗੱਡੀ ਪੁਲਿਸ ਦੇ ਹੱਥ ਲੱਗਦੀ ਹੈ, ਇਹ ਇੱਕ ਵਿਅਕਤੀ ਦੇ ਨਾਂ ਦੀ ਗੱਡੀ ਹੁੰਦੀ। ਉਸ ਵਿਅਕਤੀ ਦਾ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ, ਉਸ ਵਿਅਕਤੀ ਦੇ ਨਾਂ ਸੀ, ਪਰ ਉਹ ਵਿਅਕਤੀ ਜਿਹੜਾ ਹੈ ਉਹ ਆਪਦੀ ਗੱਡੀ ਅੱਗੇ ਵੇਚ ਦਿੰਦਾ ਔਰ ਉਹ ਜਿਹੜਾ ਵੇਚਦਾ ਹੈ ਤਾਂ ਉਹਦਾ ਜਿਹੜਾ ਬਕਾਇਦਾ ਆਧਾਰ ਕਾਰਡ ਲੱਗਦਾ ਔਰ ਸਾਰਾ ਉਹ ਨਿਕਲਦੀ ਹੈ ਗੱਡੀ ਮਨਪ੍ਰੀਤ ਮੰਨਾ ਦੀ। ਸਭ ਤੋਂ ਪਹਿਲੀ ਲੀਡ ਰਾਓ ਵਰਿੰਦਰ ਇਸ ਕੇਸ ਦੇ ਵਿੱਚ ਕਰੋਲਾ ਗੱਡੀ ਤੋਂ ਪੁਲਿਸ ਨੂੰ ਮਿਲਦੀ ਹੈ। ਪੁਲਿਸ ਜਿਹੜੀ ਉਹ ਗੱਡੀ ਖਰੀਦੀ ਹੁੰਦੀ ਹੈ, ਉਹ ਕਿਹਨੇ ਖਰੀਦੀ ਹੁੰਦੀ ਹੈ ਉਹ ਮੈਂ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਦਾ। ਮਨਪ੍ਰੀਤ ਮੰਨਾ ਦੀ, ਮਨਪ੍ਰੀਤ ਮੰਨਾ ਨੇ ਉਹ ਗੱਡੀ ਖਰੀਦੀ ਹੁੰਦੀ ਹੈ। ਮਨਪ੍ਰੀਤ ਮੰਨਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ, ਜਿਵੇਂ ਮੇਰੇ ਸਹਿਯੋਗੀ ਰਾਓ ਵਰਿੰਦਰ ਦੱਸ ਰਹੇ ਨੇ ਕਿ ਮਨਪ੍ਰੀਤ ਮੰਨਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਬੰਦ ਸੀ ਔਰ ਬਾਅਦ ਚ ਪ੍ਰੋਡਕਸ਼ਨ ਵਾਰੰਟ ਤੇ ਮਨਪ੍ਰੀਤ ਮੰਨਾ ਨੂੰ ਲਿਆਇਆ ਜਾਂਦਾ ਹੈ। ਮਨਪ੍ਰੀਤ ਭਾਊ ਦੀ ਵੀ ਗੱਲ ਕਰਾਂਗੇ ਅਸੀਂ, ਪਰ ਮਨਪ੍ਰੀਤ ਮੰਨਾ ਨੂੰ ਲਿਆ ਜਾਂਦਾ ਹੈ। ਇਹ ਰੋਲ ਕੀ ਹੈ, ਰੋਲ ਦਾ ਜ਼ਿਕਰ ਤੁਸੀਂ ਕਰੋ। ਰੋਲ ਹੁਣ ਦੱਸ ਦਿੰਦੇ ਆ ਕਿ ਮਨਪ੍ਰੀਤ ਮੰਨਾ ਜਿਹੜੀ ਸਭ ਤੋਂ ਪਹਿਲਾਂ ਇਹ ਫਿਰੋਜ਼ਪੁਰ ਜੇਲ੍ਹ ਚੋਂ ਲਿਆ ਕੇ ਪੁੱਛਗਿੱਛ ਕੀਤੀ ਗਈ ਸੀ, ਤਾਂ ਰੋਲ ਅਸੀਂ ਦੱਸ ਦਿੰਦੇ ਆ ਕਿ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਮਨਪ੍ਰੀਤ ਭਾਊ ਨੂੰ ਟੋਯੋਟਾ ਕਰੋਲਾ ਕਾਰ ਇਹਨੇ ਮੁਹੱਈਆ ਕਰਵਾਈ ਸੀ। ਜਿਹੜੀ ਕਰੋਲਾ ਸੀ, ਜਿਹਦੀ ਅਸੀਂ ਜ਼ਿਕਰ ਕਰ ਰਹੇ ਹਾਂ, ਜਿਹੜੀ ਪਹਿਲਾਂ ਵਾਰਦਾਤ ਚ ਵਰਤੀ ਜਾਂਦੀ ਹੈ, ਉਹ ਕਾਰ ਮਨਪ੍ਰੀਤ ਮੰਨਾ ਦੀ ਹੁੰਦੀ ਹੈ। ਉਹ ਭਾਊ ਨੂੰ ਇਹ ਮੁਹੱਈਆ ਕਰਵਾਉਂਦਾ ਹੈ। ਭਾਊ ਦੇ ਕੋਲ ਇਹ ਵੀ ਦੱਸਿਆ ਜਾਂਦਾ ਕਿ ਪਿਛਲੇ ਕਾਫੀ ਦਿਨਾਂ ਤੋਂ ਭਾਊ ਯੂਜ਼ ਕਰ ਰਿਹਾ ਸੀ ਉਹ ਗੱਡੀ। ਇਹ ਦੇਖੋ ਮਨਪ੍ਰੀਤ ਮੰਨਾ ਦੀ ਗੱਡੀ ਕਰੋਲਾ ਜਿਹੜੀ ਕਿਸੇ ਤਰੀਕੇ ਨਾਲ ਭਾਊ ਦੇ ਕੋਲ, ਕਿਉਂਕਿ ਇਹ ਦੋਹੇ ਰਿਸ਼ਤੇਦਾਰ ਨੇ ਆਪਸ ਦੇ ਵਿੱਚ, ਮਨਪ੍ਰੀਤ ਮੰਨਾ ਤੇ ਮਨਪ੍ਰੀਤ ਭਾਊ ਇਹ ਰਿਸ਼ਤੇਦਾਰ ਨੇ। ਤਾਂ ਮਨਪ੍ਰੀਤ ਮੰਨਾ ਕਿਸੇ ਤਰੀਕੇ ਦੇ ਨਾਲ ਭਾਊ ਦੇ ਕੋਲੋਂ ਗੱਡੀ ਪੁੱਛਦੀ ਕਰ ਦਿੰਦਾ। ਭਾਊ ਦੱਸਿਆ ਜਾਂਦਾ, ਉੱਥੇ ਪਿੰਡ ਦੇ ਲੋਕਾਂ ਨੇ ਵੀ ਦੱਸਿਆ ਸੀ
ਕਿ ਜੀ ਉਹ ਮੁੰਡਾ ਸਾਡਾ ਪਿੰਡ ਦਾ ਤੇ ਇਹ ਕਈ ਦਿਨ ਈਵਨ ਉਹਦੇ ਘਰ ਦੇ ਵੀ ਉਦੋਂ ਬਿਆਨ ਆਇਆ ਸੀ ਕਿ ਸਾਡੇ ਕੋਲ ਕੁਝ ਦਿਨ ਗੱਡੀ ਰਹੀ ਹੈ, ਸਾਨੂੰ ਨਹੀਂ ਪਤਾ ਸੀ ਕੀ ਸ਼ੁਰੂਆਤ 'ਚ ਉਹਦੇ ਪਰਿਵਾਰ ਨੇ ਕਿਹਾ ਕਿ ਸਾਡਾ ਮੁੰਡਾ ਚਲਾਉਂਦਾ ਰਿਹਾ ਜੀ। ਪਰ ਅੱਗੇ ਵਧਦੇ ਹਾਂ ਅਸੀਂ, ਮਨਪ੍ਰੀਤ ਭਾਊ ਦੀ ਤੁਸੀਂ ਗੱਲ ਕਰ ਰਹੇ ਹੋ, ਕਰੋਲਾ ਕਾਰ ਸ਼ੂਟਰਾਂ ਨੂੰ ਇਹ ਮਨਪ੍ਰੀਤ ਭਾਊ ਦਿੰਦਾ ਹੈ, ਪ੍ਰੋਵਾਈਡ ਕਰਾਉਂਦਾ ਹੈ, ਸਟੇਟਸ ਰਿਪੋਰਟ ਕਹਿ ਰਹੀ ਹੈ। ਇਹ ਵੀ ਕਿੱਥੇ ਹੈ? ਇਹ ਇਸ ਵੇਲੇ ਜੇ ਆਪਾਂ ਦੇਖੀਏ, ਨਹੀਂ ਇਹ ਗ੍ਰਿਫਤਾਰ ਹੁੰਦਾ ਹੈ, ਨਹੀਂ ਮਨਪ੍ਰੀਤ ਭਾਊ ਨੂੰ ਗ੍ਰਿਫਤਾਰ ਕਰਦੀ ਉੱਤਰਾਖੰਡ ਤੋਂ ਪੁਲਿਸ ਜੀ, ਉੱਤਰਾਖੰਡ ਤੋਂ ਗ੍ਰਿਫਤਾਰ ਕਰਦੀ ਹੈ ਕਿਉਂਕਿ ਇਸ ਨੇ ਕਰੋਲਾ ਕਾਰ ਆ ਜਿਹੜੀ ਉਹ ਸ਼ੂਟਰਾਂ ਤੱਕ ਪਹੁੰਚਾਈ ਸੀ। ਡਾਇਰੈਕਸ਼ਨ ਕਿਹਦੀ ਸੀ? ਮਨਪ੍ਰੀਤ ਮੰਨਾ ਦੀ ਸੀ। ਮਨਪ੍ਰੀਤ ਮੰਨਾ ਅੱਗੇ ਤੋਂ ਜੇਕਰ ਗੱਲ ਕਰੀਏ ਤਾਂ ਉਹ ਗੋਲਡੀ ਬਰਾੜ ਉਹਨਾਂ ਦੇ ਨਾਲ ਤੇ ਇੱਧਰ ਲਾਰੈਂਸ ਬਿਸ਼ਨੋਈ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਸੀ। ਤਾਂ ਇਹ ਦੋਹੇ ਜਿਹੜੇ ਕਜ਼ਨ ਸੀਗੇ ਇੱਥੋਂ ਹੁੰਦੀ ਹੈ ਤੇ ਪਹਿਲੀ ਗ੍ਰਿਫਤਾਰੀ ਜਿਹੜੀ ਅਸੀਂ ਦੱਸਿਆ ਕਿ ਉੱਤਰਾਖੰਡ ਤੋਂ ਮਨਪ੍ਰੀਤ ਭਾਊ ਦੀ ਕਰ ਲਈ ਜਾਂਦੀ ਹੈ ਅਗਲੇ ਦਿਨ। ਸੋ ਇਸੇ ਕੜੀ ਤੋਂ ਬਾਅਦ ਤੀਜੇ ਨੰਬਰ ਤੇ ਸਰਾਜ ਮਿੰਟੂ ਦੀ ਐਂਟਰੀ ਹੁੰਦੀ ਹੈ। ਸਰਾਜ ਮਿੰਟੂ ਦਾ ਵੀ ਤੁਹਾਨੂੰ ਰੋਲ ਸਮਝਾ ਦਿੰਦੇ ਆ, ਦੱਸਾਂਗੇ ਕਿ ਇਹਨੂੰ ਵੀ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਜਾਂ ਫੜਿਆ ਗਿਆ। ਸਰਾਜ ਮਿੰਟੂ ਦਰਅਸਲ ਮਨਪ੍ਰੀਤ ਭਾਊ ਤੇ ਗੁਰਪ੍ਰੀਤ ਜਿਹੜੀ ਗੋਲਡੀ ਬਰਾੜ ਹੈ, ਦੋਨਾਂ ਦੇ ਵਿਚਕਾਰ ਇੱਕ ਕੜੀ ਬਣਿਆ, ਮੀਡੀਏਟਰ ਬਣਾਇਆ ਗਿਆ, ਯਾਨੀ ਕਿ ਦੋਨਾਂ ਦੇ ਵਿਚਕਾਰ ਗੋਲਡੀ ਬਰਾੜ ਸਰਾਜ ਮਿੰਟੂ ਨੂੰ ਡਾਇਰੈਕਸ਼ਨ ਦਿੰਦਾ ਸੀ ਤੇ ਸਰਾਜ ਮਿੰਟੂ ਅੱਗੇ ਮਨਪ੍ਰੀਤ ਭਾਊ ਨੂੰ ਡਾਇਰੈਕਸ਼ਨ ਦਿੰਦਾ ਸੀ। ਤੇ ਇਸ ਮੂਸੇਵਾਲਾ ਕਤਲ ਮਾਮਲੇ 'ਚ ਦੱਸ ਦਿੰਦੇ ਆ ਕਿ ਇਸ ਦਾ ਕੀ ਰੋਲ ਸੀ। ਦਰਅਸਲ ਗੋਲਡੀ ਬਰਾੜ ਨੇ ਸਿੱਧਾ ਮੈਸੇਜ ਪਹੁੰਚਾਇਆ ਸਰਾਜ ਮਿੰਟੂ ਨੂੰ ਕਿ ਜਿਹੜੀ ਸ਼ੂਟਰ ਪਹੁੰਚ ਚੁੱਕੇ ਨੇ ਉਹਨਾਂ ਤੱਕ ਜਿਹੜੀ ਕਾਰ ਹੈ ਉਹ ਮੁਹੱਈਆ ਕਰਵਾ ਦਿੱਤੀ ਜਾਏ। ਸਰਾਜ ਮਿੰਟੂ ਫਿਰ ਮਨਪ੍ਰੀਤ ਭਾਊ ਨੂੰ ਇਹ ਆਦੇਸ਼ ਦਿੰਦਾ ਹੈ ਕਿ ਜਿਹੜੇ 2 ਸ਼ੂਟਰ ਆਏ ਨੇ ਉਹਨਾਂ ਨੂੰ ਜਿਹੜੀ ਕਾਰ ਹੈ, ਕਰੋਲਾ ਕਾਰ ਹੈ, ਕਿ ਉਹ ਉਹਨਾਂ ਦੇ ਹੈਂਡਓਵਰ ਕਰ ਦਿੱਤੀ ਜਾਵੇ। ਸੋ ਇਸੇ ਤਰੀਕੇ ਦੇ ਨਾਲ ਸਰਾਜ ਮਿੰਟੂ ਦੀ ਇਸ ਤਰੀਕੇ ਨਾਲ ਇਸ ਵਾਰਦਾਤ ਦੇ ਵਿੱਚ ਐਂਟਰੀ ਹੁੰਦੀ ਹੈ। ਮਨਪ੍ਰੀਤ ਭਾਊ ਨੂੰ ਇਹ ਡਾਇਰੈਕਸ਼ਨ ਦਿੰਦਾ ਤੇ ਇਹ ਵੀ ਬਠਿੰਡਾ ਜੇਲ੍ਹ ਦੇ ਵਿੱਚ ਜਿਹੜਾ ਬੰਦ ਸੀ ਤੇ ਉੱਥੋਂ ਪੁਲਿਸ ਇਸ ਨੂੰ ਲੈ ਆਉਂਦੀ ਹੈ। ਤੇ ਹੁਣ ਅੱਗੇ ਵਧਾਂਗੇ ਅਗਲੇ ਨੰਬਰ ਤੇ ਅਗਲਾ ਨੰਬਰ ਹੈ ਪ੍ਰਭਦੀਪ ਪੱਬੀ ਦਾ। ਸੋ ਪ੍ਰਭਦੀਪ ਪੱਬੀ ਜਿਹਦਾ ਕਿ ਕੱਚਾ ਨਾਮ ਪੱਬੀ ਹੈ, ਤਖਤਮਲ ਕੱਲਿਆਂਵਾਲੀ ਹਰਿਆਣਾ ਦਾ ਰਹਿਣ ਵਾਲਾ ਇਹ। ਤੇ ਤੁਹਾਨੂੰ ਯਾਦ ਹੈ ਕਿ ਕੱਲਿਆਂਵਾਲੀ ਹਰਿਆਣਾ ਦਾ ਰਹਿਣ ਵਾਲਾ ਸੰਦੀਪ ਕੇਕੜਾ ਵੀ ਹੈ ਜਿਹਨੇ ਕਿ ਰੇਕੀ ਕੀਤੀ ਸੀ, ਜੋ ਕਿ ਇਸ ਪੂਰੀ ਵਾਰਦਾਤ ਦੇ ਵਿੱਚ ਸਭ ਤੋਂ ਵੱਧ ਜਿਹੜਾ ਨੋਟਿਸ ਹੋਇਆ ਕਿ ਕਿਸ ਤਰੀਕੇ ਨਾਲ ਕੇਕੜੇ ਨੇ ਮਹਿਜ਼ 15,000 ਰੁਪਏ ਦੇ ਵਿੱਚ ਮੂਸੇਵਾਲਾ ਦੀ ਉਹ ਅਹਿਮ ਜਾਣਕਾਰੀ ਉਹ ਸ਼ੂਟਰਾਂ ਤੱਕ ਪਹੁੰਚਾਈ। ਤਾਂ ਚੌਥੇ ਨੰਬਰ ਤੇ ਪ੍ਰਭਦੀਪ ਪੱਬੀ ਆਉਂਦਾ, ਇਸ ਦੀ ਗ੍ਰਿਫਤਾਰੀ ਹੁੰਦੀ ਹੈ। ਤਾਂ ਇਸ ਦਾ ਰੋਲ ਸਮਝਾ ਦਿੰਦੇ ਆ ਪ੍ਰਭਦੀਪ ਪੱਬੀ ਦਾ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਕੀ ਰੋਲ ਸੀ। ਤਾਂ ਜਨਵਰੀ ਦੇ ਵਿੱਚ ਗੋਲਡੀ ਬਰਾੜ ਦੇ ਆਖਣ ਤੇ ਕੁਝ ਲੋਕਾਂ ਨੂੰ ਠਹਿਰਾਇਆ ਗਿਆ ਸੀ ਤੇ ਨਾਲ ਹੀ ਉਸ ਵੇਲੇ ਸਿੱਧੂ ਮੂਸੇਵਾਲਾ ਦੀ ਰੇਕੀ ਵੀ ਕਰਵਾਈ ਗਈ ਸੀ। ਇਹ ਪ੍ਰਭਦੀਪ ਪੱਬੀ ਤੇ ਜਿਹੜੇ ਇਲਜ਼ਾਮ ਨੇ ਜਾਂ ਜੋ ਇਹਨੇ ਕੀਤਾ, ਪੁਲਿਸ ਸਟੇਟਸ ਰਿਪੋਰਟ ਦੇ ਅਨੁਸਾਰ ਮੂਸੇਵਾਲਾ ਕਤਲ ਮਾਮਲੇ ਦੀ ਜੋ ਪੁਲਿਸ ਨੇ ਜਾਰੀ ਕੀਤੀ ਹੈ ਉਸ ਦੇ ਅਕੋਰਡਿੰਗਲੀ ਅਸੀਂ ਦੱਸ ਰਹੇ ਹਾਂ ਕਿ ਪ੍ਰਭਦੀਪ ਪੱਬੀ ਨੇ ਜਨਵਰੀ ਮਹੀਨੇ ਦੇ ਵਿੱਚ, ਮਈ ਮਹੀਨੇ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਉਸ ਤੋਂ ਪਹਿਲਾਂ ਜਨਵਰੀ ਦੇ ਵਿੱਚ ਪ੍ਰਭਦੀਪ ਪੱਬੀ ਜਿਹੜਾ ਗੋਲਡੀ ਬਰਾੜ ਦੇ ਆਖਣ ਤੇ ਇਹਨੇ ਕੁਝ ਲੋਕਾਂ ਨੂੰ ਠਹਿਰਾਇਆ ਸੀ ਉਦੋਂ, ਤੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਪਹੁੰਚਿਆ ਸੀ। ਤੇ ਈਵਨ ਕਿ ਇਹ ਵੀ ਦਰਜ ਕੀਤਾ ਗਿਆ ਕਿ ਪ੍ਰਭਦੀਪ ਪੱਬੀ ਸਿੱਧੂ ਮੂਸੇਵਾਲਾ ਦੇ ਘਰ ਤੱਕ ਵੀ ਪਹੁੰਚ ਗਿਆ ਸੀ। ਰੇਕੀ ਕੀਤੀ ਗਈ ਸੀ ਪ੍ਰੋਪਰ, ਕਿਉਂਕਿ ਜਿਸ ਤਰੀਕੇ ਨਾਲ ਇੱਕ ਵਾਰ ਪਹਿਲਾਂ ਦੱਸਿਆ ਕਿ ਦਿੱਲੀ ਪੁਲਿਸ ਨੇ ਜੇ ਸ਼ਾਹਰੁਖ ਤੋਂ ਪੁੱਛਗਿੱਛ ਕੀਤੀ ਸੀ ਤਾਂ ਉਸਨੇ ਕਿਹਾ ਸੀ ਕਿ ਮੇਰੇ ਸ਼ੂਟਰ ਸੀ ਜਿਹੜੇ ਉਹ ਇਸ ਤੋਂ 2-3 ਮਹੀਨੇ ਪਹਿਲਾਂ ਗਏ ਸੀ ਮੂਸੇਵਾਲਾ ਪਿੰਡ, ਪਰ ਉਦੋਂ ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਸੀ ਕਿ ਜੇਕਰ ਜਨਵਰੀ ਦੀ ਆਪਾਂ ਗੱਲ ਕਰੀਏ ਤਾਂ ਉਸ ਵੇਲੇ ਘੱਟੋ ਘੱਟ 8 ਸੁਰੱਖਿਆ ਕਰਮੀ ਹਮੇਸ਼ਾ ਸਿੱਧੂ ਮੂਸੇਵਾਲਾ ਦੇ ਨਾਲ ਮੌਜੂਦ ਰਹਿੰਦੇ ਸੀ। ਤਾਂ ਇਸ ਕਰਕੇ ਜਨਵਰੀ ਮਹੀਨੇ ਦੇ ਵਿੱਚ ਇਹ ਪਤਾ ਲੱਗਦਾ ਕਿ ਉਦੋਂ ਵੀ ਸ਼ੂਟ ਕਰਨ ਦੀ ਕੋਸ਼ਿਸ਼ ਹੋਈ ਸੀ, ਪਰ ਕਿਉਂਕਿ ਸਿਕਿਉਰਿਟੀ ਇੰਨੀ ਜ਼ਿਆਦਾ ਸੀ ਤਾਂ ਵਾਪਸ ਮੁੜ ਗਏ ਸੀ। ਉਸ ਦੇ ਵਿੱਚ ਪ੍ਰਭਦੀਪ ਪੱਬੀ ਨੇ ਉਦੋਂ ਜਿਹੜੀ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ ਤੇ ਕੁਝ ਜਿਹੜੇ ਗੋਲਡੀ ਬਰਾੜ ਦੇ ਵੱਲੋਂ ਬੰਦੇ ਭੇਜੇ ਗਏ ਸੀ, ਮੰਨਿਆ ਜਾ ਸਕਦਾ ਕਿ ਜਿਹੜਾ ਸ਼ਾਹਰੁਖ ਭੇਜਿਆ ਗਿਆ ਸੀ, ਸ਼ਾਹਰੁਖ ਜੀ ਨੇ ਦਿੱਲੀ ਪੁਲਿਸ ਨੂੰ ਇਹ ਸਾਰੀ ਜਾਣਕਾਰੀ ਦਿੱਤੀ ਸੀ। ਤਾਂ ਹੋ ਸਕਦਾ ਕਿ ਇਹਨਾਂ ਦੇ ਵਿੱਚ ਸ਼ਾਹਰੁਖ ਵੀ ਹੋਵੇ ਤੇ ਸ਼ਾਹਰੁਖ ਵਰਗੇ ਜਿਹੜੇ ਨਾਲ ਹੋਰ ਸ਼ੂਟਰ ਆਏ ਸੀ ਉਹਨਾਂ ਨੂੰ ਠਹਿਰਾਉਣ ਦਾ ਪ੍ਰਬੰਧ ਪ੍ਰਭਦੀਪ ਪੱਬੀ ਨੇ ਕੀਤਾ ਸੀ। ਤੇ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਿਆ। ਤਾਂ ਹੁਣ ਅੱਗੇ ਵਧਦੇ ਹਾਂ ਅਗਲੇ ਪੰਜਵਾਂ ਨੰਬਰ ਵੀ ਬੇहद ਅਹਿਮ ਹੈ, ਮੋਨੂ ਡਾਂਗਰ ਦੀ ਜੇਕਰ ਗੱਲ ਕਰੀਏ ਤਾਂ ਇਸ ਦਾ ਰੋਲ ਪਹਿਲਾਂ ਸਮਝਾ ਦਿੰਦੇ ਆ। ਗੋਲਡੀ ਬਰਾੜ ਦੇ ਆਖਣ ਤੇ ਇਸ ਨੇ 2 ਸ਼ੂਟਰ ਦਿੱਤੇ ਤੇ ਸਿੱਧੂ ਨੂੰ ਮਾਰਨ ਦੇ ਲਈ ਟੀਮ ਵੀ ਇਕੱਠੀ ਕੀਤੀ ਹੈ। ਬੜਾ ਅਹਿਮ ਹੋ ਜਾਂਦਾ ਹੈ। ਮੋਨੂ ਡਾਂਗਰ ਨੇ ਜਿਹੜੇ 2 ਸ਼ੂਟਰ ਨੇ ਉਹ ਮੁਹੱਈਆ ਕਰਵਾਏ ਨੇ। ਇਹ ਵੱਡੀ ਗੱਲ ਹੈ ਕਿ 2 ਸ਼ੂਟਰ
ਤੇ ਉਹ ਵੀ ਦੱਸ ਦਿੰਦੇ ਆ ਕਿ ਕਿਹੜੇ ਪ੍ਰਿਆਵਰਤ ਫੌਜੀ ਤੇ ਅੰਕਿਤ, ਉਹੀ ਪ੍ਰਿਆਵਰਤ ਫੌਜੀ ਜਿਹੜਾ ਕਿ 25 ਮਈ ਨੂੰ ਫਤਿਆਬਾਦ ਦੇ ਇੱਕ ਪੈਟਰੋਲ ਪੰਪ ਤੇ ਉਸੇ ਬਲੈਰੋ ਗੱਡੀ ਦੇ ਵਿੱਚ ਬੈਠਾ ਤੇ ਬਾਹਰ ਉਤਰਦਾ ਤੇਲ ਪਾਉਂਦਾ ਨਜ਼ਰ ਆਇਆ। ਇਸ ਤੋਂ ਬਾਅਦ ਪੁਲਿਸ ਨੇ ਹੁਣ ਇਹ ਮੰਨ ਲਿਆ ਕਿ ਪ੍ਰਿਆਵਰਤ ਫੌਜੀ ਤੇ ਅੰਕਿਤ ਜਿਹੜੇ ਦੋਨੋਂ ਮੋਨੂ ਡਾਂਗਰ ਨੇ ਅਰੇਂਜ ਕੀਤੇ ਸੀ ਸ਼ੂਟਰ, ਤੇ ਇਹ 4 ਸ਼ੂਟਰਾਂ ਦੇ ਵਿੱਚੋਂ 2 ਸ਼ੂਟਰ ਇਹ ਪੱਕੇ ਸ਼ਾਮਿਲ ਸੀ। ਇਹ ਪੁਲਿਸ ਦਾ ਹੁਣ ਥਿਊਰੀ ਦੇ ਵਿੱਚ ਪੁਲਿਸ ਨੇ ਮੰਨ ਲਿਆ ਕਿ ਜਿਹੜੇ 4 ਸ਼ੂਟਰ ਸੀ ਉਹਨਾਂ ਦੇ ਵਿੱਚ ਇਹ 2 ਪ੍ਰਿਆਵਰਤ ਫੌਜੀ ਤੇ ਅੰਕਿਤ ਸੀ, ਜਿਹੜੇ ਕਿ ਮੋਨੂ ਨੇ ਮੁਹੱਈਆ ਕਰਵਾਏ ਸੀ। ਮੋਨੂ ਡਾਂਗਰ ਲੈ ਕੇ ਆਇਆ ਸੀ। ਗੋਲਡੀ ਬਰਾੜ ਨੇ ਕਿਹਾ ਸੀ ਕਿ ਮੈਨੂੰ ਸ਼ੂਟਰਾਂ ਦੀ ਜ਼ਰੂਰਤ ਹੈ ਇਸ ਵਾਰਦਾਤ ਦੇ ਲਈ, ਸੋ ਮੋਨੂ ਡਾਂਗਰ 2 ਸ਼ੂਟਰ ਇਹਨੇ ਪ੍ਰੋਵਾਈਡ ਕਰਾਏ। ਤੇ ਜਿਹੜੀ ਟੀਮ ਹੈ ਉਹ ਵੀ ਕਿਹਾ ਗਿਆ ਕਿ ਮੋਨੂ ਡਾਂਗਰ ਨੇ ਹੀ ਇਹ ਸ਼ੂਟਰਾਂ ਦੀ ਟੀਮ ਜਦੋਂ ਪਹੁੰਚ ਗਏ ਸੀ ਤਾਂ ਇਕੱਠੀ ਕਰਵਾਈ, ਮੈਨੇਜ ਕੀਤਾ ਤੇ ਹੋਰ ਬਹੁਤ ਸਾਰੀਆਂ ਗੱਲਾਂ ਸੀ। ਤੇ ਮੋਨੂ ਡਾਂਗਰ ਵੀ ਜਿਹੜਾ ਦੱਸਿਆ ਜਾਂਦਾ ਕਿ ਉਦੋਂ ਜੇਲ੍ਹ ਦੇ ਵਿੱਚ ਬੰਦ ਸੀ। ਤਾਂ ਅੱਗੇ ਚੱਲਦੇ ਆ, ਅੱਗੇ ਵੱਧਦੇ ਆ। ਪਵਨ ਬਿਸ਼ਨੋਈ ਇਹ ਉਹ ਸ਼ਖਸ ਸੀ ਜਿਸ ਨੇ ਬਲੈਰੋ ਗੱਡੀ ਨੂੰ ਰਾਜਸਥਾਨ ਤੋਂ ਹਰਿਆਣਾ ਤੇ ਹਰਿਆਣਾ ਤੋਂ ਪੰਜਾਬ ਦੇ ਮਾਨਸਾ ਤੱਕ ਪਹੁੰਚਾਇਆ, ਕਿਉਂਕਿ ਮਾਨਸਾ ਪਹੁੰਚਣ ਤੇ ਸ਼ੂਟਰਾਂ ਨੂੰ ਉਹ ਗੱਡੀ ਜਿਹੜੀ ਬਲੈਰੋ ਆ ਉਹ ਦੇਣੀ ਸੀ। ਤਾਂ ਰੋਲ ਵੀ ਇਸੇ ਤਰੀਕੇ ਦੇ ਨਾਲ ਆ ਪਵਨ ਬਿਸ਼ਨੋਈ ਦਾ। ਬਲੈਰੋ ਗੱਡੀ ਸ਼ੂਟਰਾਂ ਤੱਕ ਪਹੁੰਚਾਈ ਤੇ ਸ਼ੂਟਰਾਂ ਦੇ ਲੁਕਣ ਦਾ ਵੀ ਪ੍ਰਬੰਧ ਕੀਤਾ। ਇਹ ਪਵਨ ਬਿਸ਼ਨੋਈ ਨੇ ਕੀਤਾ। ਪਹਿਲੀ ਗੱਲ ਇਹ ਹੈ ਕਿ ਬਲੈਰੋ ਗੱਡੀ ਜੋ ਰਾਜਸਥਾਨ ਤੋਂ ਖਾਸ ਤੌਰ ਤੇ ਲਿਆਂਦੀ ਗਈ ਤੇ ਉਹ ਸ਼ੂਟਰਾਂ ਤੱਕ ਪਹੁੰਚਾਈ, ਤੇ ਸ਼ੂਟਰਾਂ ਦਾ ਪਿਛਲੇ 2-3 ਦਿਨਾਂ ਦੇ ਦੌਰਾਨ ਉਹ ਕਿੱਥੇ ਲੁਕਦੇ ਸੀ ਉਹ ਸਾਰਾ ਪ੍ਰਬੰਧ ਪਵਨ ਬਿਸ਼ਨੋਈ ਨੇ ਕੀਤਾ ਸੀ। ਕਿਉਂਕਿ ਪਿਛਲੇ 2-3 ਦਿਨਾਂ ਤੋਂ ਜਿਹੜੀ ਪੁਲਿਸ ਦਾ ਵੀ ਆਖਣਾ ਹੈ ਕਿ ਜਿਹੜੇ ਸ਼ੂਟਰ ਸੀ ਉਹ ਮੂਸੇਵਾਲਾ ਪਿੰਡ ਮਾਨਸਾ ਇਲਾਕੇ ਦੇ ਵਿੱਚ ਲਗਾਤਾਰ ਰੋਮਿੰਗ ਤੇ ਸੀ, ਲਗਾਤਾਰ ਘੁੰਮਦੇ ਸੀ। ਤਾਂ ਇਸ ਵੇਲੇ ਕਿੱਥੇ ਆ, ਇਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਤੇ ਇਸ ਤੋਂ ਬਾਅਦ ਜਾਨੀ ਕਿ ਇਹ ਜਿਹੜੇ 10 ਜਿਹੜੇ ਹੋਏ ਨੇ ਉਹਨਾਂ ਦੇ ਵਿੱਚ ਪਵਨ ਬਿਸ਼ਨੋਈ ਦਾ 6ਵਾਂ ਨੰਬਰ ਹੈ। ਤੇ ਅੱਗੇ ਵਧਦੇ ਆ ਕਿ ਅੱਗੇ ਕਿਹੜੇ ਅਰੈਸਟ ਹੋਏ ਨੇ। ਤਾਂ ਪਵਨ ਦੇ ਨਾਲ ਹੀ ਇਹਦਾ ਸਾਥੀ ਜਿਹੜਾ ਸੀ ਉਹ ਸੀ ਨਸੀਬ ਦੇ ਉੱਤੇ ਵੀ ਇਹੀ ਹੈ, ਕਿਉਂਕਿ ਪਵਨ ਤੇ ਨਸੀਬ ਦੋਨੋਂ ਇਕੱਠੇ ਸੀ। ਇਹਨਾਂ ਇਕੱਠਿਆਂ ਨੇ ਹੀ ਰਾਜਸਥਾਨ ਤੋਂ ਗੱਡੀ ਬਲੈਰੋ ਲਿਆ ਕੇ ਇੱਥੇ ਤੱਕ ਜਿਵੇਂ ਨਾ ਕਿਵੇਂ ਅੱਪੜਦੀ ਕੀਤੀ। ਪਵਨ ਬਿਸ਼ਨੋਈ ਦੇ ਨਾਲ ਮਿਲ ਕੇ ਬਲੈਰੋ ਸ਼ੂਟਰਾਂ ਤੱਕ ਪਹੁੰਚਾਈ। ਇਹ ਨਸੀਬ ਦਾ ਇਸ ਵਾਰਦਾਤ ਦੇ ਵਿੱਚ ਰੋਲ ਰਿਹਾ ਤੇ ਪਵਨ ਬਿਸ਼ਨੋਈ ਦੇ ਨਾਲ ਨਸੀਬ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹੁਣ ਅੱਗੇ ਵਧਦੇ ਆ। ਅਗਲਾ ਜਿਹੜਾ ਨਾਂ ਹੈ ਬੜਾ ਅਹਿਮ ਨਾਂ ਹੋ ਜਾਂਦਾ ਹੈ, ਸੰਦੀਪ ਕੇਕੜਾ। 8ਵਾਂ ਨੰਬਰ ਤੇ ਆਉਂਦਾ, 8ਵੇਂ ਨੰਬਰ ਤੇ ਸੰਦੀਪ ਕੇਕੜਾ ਆਉਂਦਾ। ਤੇ ਹੁਣ ਤੱਕ ਅਸੀਂ ਸਾਰੇ ਜਾਣਦੇ ਆ ਕਿ ਸੰਦੀਪ ਕੇਕੜੇ ਨੇ ਕਿਸ ਤਰੀਕੇ ਦੇ ਨਾਲ 2 ਭਰਾਵਾਂ ਨਿੱਕੂ ਤੇ ਬਿੱਟੂ ਦੇ ਨਾਲ ਮਿਲ ਕੇ ਲਗਾਤਾਰ ਮੂਸਾ ਪਿੰਡ ਜਾ ਕੇ ਸਿੱਧੂ ਮੂਸੇਵਾਲਾ ਦੀ ਹਵੇਲੀ ਤੱਕ ਪਹੁੰਚ ਕੇ ਰੇਕੀ ਕਰਦਾ ਰਿਹਾ। ਤੇ 29 ਮਈ ਨੂੰ ਜਦੋਂ ਸਿੱਧੂ ਮੂਸੇਵਾਲਾ ਥਾਰ ਗੱਡੀ ਦੇ ਵਿੱਚ ਆਪਣੇ 2 ਸਾਥੀਆਂ ਦੇ ਨਾਲ ਨਿਕਲਦਾ ਤਾਂ ਬਾਹਰ ਜਦੋਂ ਅਸੀਂ ਸੀਸੀਟੀਵੀ ਫੁਟੇਜ ਵੀ ਉਹ ਲਗਾਤਾਰ ਦੇਖੀ ਹੈ ਕਿ ਉੱਥੇ ਕੁਝ ਜਿਹੜੇ ਨੌਜਵਾਨ ਨੇ ਉਹ ਖੜੇ ਹੁੰਦੇ ਨੇ। ਸਿੱਧੂ ਮੂਸੇਵਾਲਾ ਤੇ ਉਸਦੇ ਸਿਕਿਉਰਿਟੀ ਗਾਰਡ ਤੇ ਸਾਥੀਆਂ ਨੂੰ ਲੱਗਦਾ ਕਿ ਫੈਨ ਨੇ, ਸੈਲਫੀਆਂ ਖਿਚਾਉਣ ਆ ਰਹੇ ਨੇ, ਤੇ ਕੁਝ ਉਹਨਾਂ ਦੇ ਵਿੱਚੋਂ ਫੈਨ ਸੀ, ਵਾਕਈ ਉਹਨਾਂ ਨੇ ਫੋਟੋਆਂ ਖਿਚਵਾਈਆਂ। ਪਰ ਉਸ ਮੌਕੇ ਸੰਦੀਪ ਕੇਕੜਾ ਵੀ ਮੌਜੂਦ ਸੀ ਤੇ ਇਹਦੇ ਨਾਲ ਸੀ ਬਿੱਟੂ ਦਾ ਭਰਾ ਨਿੱਕੂ। ਕੇਕੜਾ ਨਿੱਕੂ ਨੂੰ ਖਾਸ ਤੌਰ ਤੇ ਉੱਥੇ ਲੈ ਕੇ ਆਇਆ ਸੀ। ਬਿੱਟੂ ਨੇ ਇਸ ਦੀ ਡਿਊਟੀ ਲਗਾਈ ਸੀ ਸੰਦੀਪ ਕੇਕੜੇ ਦੀ ਕਿ ਉਸ ਦੇ ਭਰਾ ਨਿੱਕੂ ਨੂੰ ਲੈ ਕੇ ਜਾਵੇ ਤੇ ਦੋਨੋਂ ਇਹ ਰੇਕੀ ਕਰਨਗੇ। ਤਾਂ ਦੋਨਾਂ ਨੇ ਉਸ ਵੇਲੇ ਰੇਕੀ ਕੀਤੀ। ਤਾਂ ਰੋਲ ਇਹਦੇ ਵਿੱਚ ਸਿੱਧੂ ਦੀ ਰੇਕੀ ਕਰਕੇ ਸਾਰੀ ਜਾਣਕਾਰੀ ਸ਼ੂਟਰਾਂ ਤੱਕ ਪਹੁੰਚਾਈ ਗਈ ਸੀ ਤੇ ਉਹ ਵੀ ਇਸਨੇ ਪੁੱਛਗਿੱਛ ਚ ਮੰਨਿਆ ਕਿ ਇਸ ਦੇ ਬਦਲੇ ਉਸ ਨੂੰ 15,000 ਰੁਪਏ ਮਿਲਨੇ ਸੀ। ਸੋ ਮਹਿਜ 15,000 ਰੁਪਏ ਦੇ ਵਿੱਚ ਸੰਦੀਪ ਕੇਕੜੇ ਨੇ ਇਹ ਅਹਿਮ ਤੇ ਪੁਖਤਾ ਜਿਹੜੀ ਜਾਣਕਾਰੀ ਆ ਸਿੱਧੂ ਮੂਸੇਵਾਲਾ ਦੀ ਉਹ ਸ਼ੂਟਰਾਂ ਤੱਕ ਪਹੁੰਚਾਈ। ਸੈਲਫੀ ਖਿੱਚੀ ਸੀ ਜਿਹੜੀ ਇਸਨੇ ਮੂਸੇਵਾਲਾ ਦੇ ਨਾਲ, ਉਹ ਇਸ ਤਰੀਕੇ ਨਾਲ ਖਿੱਚੀ ਸੀ ਕਿ ਗੱਡੀ ਦੇ ਅੰਦਰ ਕੌਣ-ਕੌਣ ਬੈਠਾ ਉਹ ਵੀ ਨਜ਼ਰ ਆਏ। ਤਾਂ ਉਸ ਦੇ ਵਿੱਚ ਸਭ ਕੁਝ ਦੱਸ ਦਿੱਤਾ ਸੀ ਕਿ ਮੂਸੇਵਾਲਾ ਡਰਾਈਵਿੰਗ ਵੀਲ ਤੇ ਹੈ, ਉਸ ਦੇ ਨਾਲ ਉਹਦਾ ਇੱਕ ਕਜ਼ਨ ਹੈ ਤੇ ਪਿੱਛੇ ਇੱਕ ਹੋਰ ਜਿਹੜਾ ਦੋਸਤ ਬੈਠਾ ਹੈ। ਸੋ 3 ਨੇ। ਉਹਦੇ ਵਿੱਚ ਦੱਸ ਦਿੱਤਾ ਗਿਆ ਸੀ ਫੋਟੋ 'ਚ ਕਿ ਕੋਈ ਸੁਰੱਖਿਆ ਕਰਮੀ ਮੌਜੂਦ ਨਹੀਂ ਹੈ। ਦੂਸਰਾ ਇਹ ਹੈ ਕਿ ਕੋਈ ਜਿਹੜੀ ਹੈ ਬੁਲਟ ਪ੍ਰੂਫ ਗੱਡੀ ਨਹੀਂ ਹੈ, ਸਿੰਪਲ ਥਾਰ ਗੱਡੀ ਦੇ ਵਿੱਚ ਮੂਸੇਵਾਲਾ ਨਿਕਲਿਆ। ਕਿੱਥੇ ਹੈ ਕੇਕੜਾ ਵੀ ਗ੍ਰਿਫਤਾਰ ਕੀਤਾ ਗਿਆ। ਲਗਾਤਾਰ ਪੁਲਿਸ ਰਿਮਾਂਡ ਤੇ ਚੱਲ ਰਿਹਾ। ਹੁਣ ਬਹੁਤ ਸਾਰੀਆਂ ਗੱਲਾਂ ਇਸ ਤੋਂ ਕੱਢੀਆਂ ਜਾ ਰਹੀਆਂ ਨੇ। ਅੱਗੇ ਨਾਮ ਆਉਂਦਾ ਚਰਨਜੀਤ ਸਿੰਘ ਉਰਫ ਚੇਤਨ ਦਾ। ਚਰਨਜੀਤ ਦਾ ਰੋਲ ਪਹਿਲਾਂ ਸਮਝ ਲੈਂਦੇ ਆ, ਕਿਉਂਕਿ ਚਰਨਜੀਤ ਉਹ ਨਾਂ ਆ ਜਿਹੜਾ ਹੁਣ ਤੱਕ ਬਹੁਤ ਘੱਟ ਲਿਆ ਗਿਆ, ਖਬਰਾਂ ਦੇ ਵਿੱਚ ਵੀ ਕਾਫੀ ਘੱਟ ਨਾਮ ਇਹ ਆਇਆ। ਤਾਂ ਚਰਨਜੀਤ ਦਾ ਕੀ ਰੋਲ ਰਿਹਾ? ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਨੇ। ਸਭ ਤੋਂ ਵੱਡਾ ਰੋਲ ਚਰਨਜੀਤ ਦਾ ਹੀ ਹੋ ਜਾਂਦਾ।
ਕਿਉਂਕਿ ਜਿਹੜੇ ਹਥਿਆਰ ਨੇ ਦੱਸਿਆ ਜਾਂਦਾ ਕਿ ਮਾਡਰਨ ਹਥਿਆਰ ਸੀ, ਅਤੀ ਆਧੁਨਿਕ ਹਥਿਆਰ ਸੀ, ਉਹ ਜਿਹੜੇ ਮੁਹੱਈਆ ਕਰਵਾਏ ਸੀ ਉਹਦੀ ਸਾਰੀ ਡਿਊਟੀ, ਸਾਰੀ ਜ਼ਿੰਮੇਵਾਰੀ ਚਰਨਜੀਤ ਸਿੰਘ ਉਰਫ ਚੇਤਨ ਨੇ ਲਈ ਸੀ। ਤਾਂ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਤੇ ਜਾਲੀ ਨੰਬਰਾਂ ਵੀ ਦੀਆਂ ਜੇ ਨੰਬਰ ਪਲੇਟਾਂ ਨੇ ਜਿਹੜੀਆਂ ਗੱਡੀਆਂ ਤੇ ਲਗਾਉਣੀਆਂ ਸੀ ਉਹ ਵੀ ਚਰਨਜੀਤ ਨੇ ਹੀ ਪ੍ਰੋਵਾਈਡ ਕਰਾਈਆਂ ਸੀ ਸ਼ੂਟਰਾਂ ਨੂੰ। ਸੋ ਅਹਿਮ ਕੜੀ ਹੋ ਜਾਂਦਾ ਹੈ ਕਿਉਂਕਿ ਹਥਿਆਰ ਪਹੁੰਚਾਉਣੇ ਬੇਹੱਦ ਇਹਨਾਂ ਦੀ ਵਾਰਦਾਤ ਦੇ ਵਿੱਚ ਇਹਨਾਂ ਦੇ ਲਈ ਬੜੇ ਲੋੜੀਂਦੇ ਸੀ, ਕਿਉਂਕਿ ਜੇਕਰ ਸ਼ੂਟਰਾਂ ਤੱਕ ਹਥਿਆਰ ਹੀ ਨਾ ਪਹੁੰਚਦੇ ਤਾਂ ਉਹ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕਦੇ ਸੀ। ਦੋ ਇਹਦੇ ਵਿੱਚ ਕੜੀਆਂ ਅਹਿਮ ਜੁੜਦੀਆਂ ਨੇ। ਇੱਕ ਸੰਦੀਪ ਕੇਕੜਾ ਜਿਨੇ ਕਿ ਪੂਰੀ ਇਨਫੋਰਮੇਸ਼ਨ ਦਿੱਤੀ, ਜਿਸ ਕਰਕੇ ਸ਼ੂਟਰਾਂ ਨੂੰ ਪਤਾ ਲੱਗਿਆ ਕਿ ਅੱਜ ਸੁਰੱਖਿਆ ਕਰਮੀ ਨਹੀਂ ਨਾ ਬੁਲਟ ਪ੍ਰੂਫ ਗੱਡੀ ਹੈ। ਉਹਨਾਂ ਨੇ ਸਹੀ ਮੌਕੇ ਦੀ ਫਿਰ ਚੋਣ ਕੀਤੀ ਹੈ ਕਿ ਅੱਜ ਸ਼ੂਟ ਕੀਤਾ ਜਾ ਸਕਦਾ ਹੈ। ਤੇ ਦੂਸਰਾ ਅਹਿਮ ਰੋਲ ਚਰਨਜੀਤ ਚੇਤਨ ਦਾ ਆ ਜਾਂਦਾ ਹੈ ਕਿ ਸ਼ੂਟਰਾਂ ਨੂੰ ਇਹਨਾਂ ਨੇ ਹਥਿਆਰ ਮੁਹੱਈਆ ਕਰਵਾਏ ਤੇ ਨਾਲ ਹੀ ਗੱਡੀ ਦੀਆਂ ਕੁਝ ਜਾਲੀ ਨੰਬਰ ਪਲੇਟਾਂ ਸੀ ਉਹ ਵੀ ਲਿਆ ਕੇ ਦਿੱਤੀਆਂ ਸੀ। ਇਸ ਵੇਲੇ ਵੀ ਗ੍ਰਿਫਤਾਰ ਹੈ ਪੁਲਿਸ, ਇਸ ਤੋਂ ਵੀ ਪੁੱਛਗਿੱਛ ਕਰਦੀ ਹੈ। ਅੱਗੇ ਵਧਦੇ ਹਾਂ 10ਵੇਂ ਤੇ ਆਖਰੀ ਨੰਬਰ ਦੇ ਵੱਲ, ਜੋ ਕਿ ਤੁਸੀਂ ਦੇਖ ਸਕਦੇ ਹੋ ਲਾਰੈਂਸ ਬਿਸ਼ਨੋਈ। ਲਾਰੈਂਸ ਬਿਸ਼ਨੋਈ ਗੈਂਗ ਦਾ ਮੁਖੀ ਖੁਦ ਲਾਰੈਂਸ ਬਿਸ਼ਨੋਈ ਹੈ ਤੇ 10ਵੇਂ ਨੰਬਰ ਤੇ ਇਸ ਨੂੰ ਆਉਂਦਾ ਹੈ। ਇਸ ਵੇਲੇ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ। CIA ਹੈੱਡਕੁਆਟਰ ਖਰੜ ਦੇ ਵਿੱਚ ਅੱਜ ਤੀਸਰੇ ਦਿਨ ਲਗਾਤਾਰ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੜੀ ਮਿਹਨਤ ਮੁਸ਼ੱਕਤ ਦੇ ਨਾਲ ਪੰਜਾਬ ਪੁਲਿਸ ਤੇ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਦੇ ਵੱਲੋਂ ਮਿਹਨਤ ਦੇ ਨਾਲ ਅਦਾਲਤ ਵਿੱਚ ਦਲੀਲਾਂ ਪੇਸ਼ ਕਰਕੇ ਇਸ ਦੀ ਕਸਟਡੀ ਹਾਸਲ ਕੀਤੀ ਤੇ ਇਸ ਨੂੰ ਨਾਲ ਦੀ ਨਾਲ 24 ਘੰਟਿਆਂ ਦੇ ਅੰਦਰ ਅੰਦਰ ਦਿੱਲੀ ਤੋਂ ਲਿਆ ਕੇ ਮਾਨਸਾ ਅਦਾਲਤ ਦੇ ਵਿੱਚ ਸਵੇਰੇ 4 ਵਜੇ ਉਸ ਦਿਨ ਪੇਸ਼ ਕੀਤਾ ਗਿਆ 15 ਤਰੀਕ ਨੂੰ, ਯਾਨੀ ਪਰਸੋਂ। ਤੇ ਉਸ ਤੋਂ ਬਾਅਦ ਮਾਨਸਾ ਦੀ ਅਦਾਲਤ ਨੇ ਲਾਰੈਂਸ ਬਿਸ਼ਨੋਈ ਦਾ SIT ਨੂੰ 7 ਦਿਨਾਂ ਦਾ ਰਿਮਾਂਡ ਦਿੱਤਾ। ਉਸ ਤੋਂ ਬਾਅਦ SIT ਲਾਰੈਂਸ ਬਿਸ਼ਨੋਈ ਨੂੰ ਲੈ ਕੇ ਸਿੱਧੀ ਖਰੜ CI ਹੈੱਡਕੁਆਟਰ ਪਹੁੰਚਦੀ ਹੈ। ਹੁਣ ਉੱਥੇ ਹੀ ਲਾਰੈਂਸ ਰੱਖਿਆ ਗਿਆ, ਉੱਥੇ ਹੀ ਲਗਾਤਾਰ ਅੱਜ ਤੀਸਰੇ ਦਿਨ ਪੁੱਛਗਿੱਛ ਹੋ ਰਹੀ ਹੈ। ਤਾਂ ਰੋਲ ਸਮਝਾ ਦਿੰਦੇ ਆ। ਵੈਸੇ ਸਭ ਨੂੰ ਪਤਾ ਹੈ ਕਿ ਕਤਲ ਕਾਂਡ ਦਾ ਮਾਸਟਰਮਾਈਂਡ ਹੋਰ ਕੋਈ ਨਹੀਂ ਬਲਕਿ ਖੁਦ ਲਾਰੈਂਸ ਬਿਸ਼ਨੋਈ ਹੀ ਹੈ। ਇਹ ਮੁਖੀ ਹੈ ਇਸ ਗੈਂਗ ਦਾ ਤੇ ਕਿੱਥੇ ਆ ਜੇਲ੍ਹ ਤੇ ਹਾਲ ਦੇ ਜੇਲ੍ਹ ਦੇ ਵਿੱਚ ਬੰਦ ਸੀ, ਪਰ ਹੁਣ ਗ੍ਰਿਫਤਾਰੀ ਕਰਕੇ ਪੁਲਿਸ ਇਸ ਦੀ ਪੁੱਛਗਿੱਛ ਕਰ ਰਹੀ ਹੈ। ਇਸੇ ਦੌਰਾਨ ਫਿਲਹਾਲ ਇਹ 10 ਜਿਹੜੇ ਨਾਂ ਸੀ ਜਿਹੜੇ ਅਰੈਸਟ ਕੀਤੇ ਹੋਏ ਨੇ, ਤਾਂ 11ਵਾਂ ਇੱਕ ਨਾਮ ਹੋਰ ਵੀ ਸੀ ਜਿਹੜਾ ਕਿ ਗੋਰਾ ਇਹ ਦੱਸਿਆ ਜਾ ਰਿਹਾ ਕਿ ਗੋਲਡੀ ਬਰਾੜ ਦਾ ਕਰੀਬੀ ਰਿਸ਼ਤੇਦਾਰ ਹੈ। ਫਿਰੋਜ਼ਪੁਰ ਜੇਲ੍ਹ ਦੇ ਵਿੱਚ, ਮਾਫ ਕਰਨਾ, ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਗੋਰਾ ਬੰਦ ਸੀ ਕਿਸੇ ਹੋਰ ਵੱਖਰੇ ਮਾਮਲੇ ਨੂੰ ਲੈ ਕੇ। ਤਾਂ ਬੀਤੇ ਦਿਨ SIT ਗੋਰੇ ਨੂੰ ਵੀ ਹੁਸ਼ਿਆਰਪੁਰ ਜੇਲ੍ਹ ਤੋਂ CIA ਹੈੱਡਕੁਆਟਰ ਖਰੜ ਲੈ ਕੇ ਆਉਂਦੀ ਹੈ ਲਾਰੈਂਸ ਬਿਸ਼ਨੋਈ ਤੇ ਉਸਦੇ ਸਾਹਮਣੇ ਗੋਰਾ ਗੈਂਗਸਟਰ ਨੂੰ ਬਿਠਾਇਆ ਜਾਂਦਾ ਹੈ। ਦੋਨਾਂ ਤੋਂ ਕੁਝ ਅਹਿਮ ਸਵਾਲ ਕੀਤੇ ਜਾਂਦੇ ਨੇ। ਪਰਸੋਂ ਵੀ ਸਵਾਲ ਜਵਾਬ ਦੋਨਾਂ ਨੂੰ ਸਾਹਮਣੇ ਬਿਠਾ ਕੇ ਹੋਏ ਸੀ ਤੇ ਕੱਲ ਵੀ ਹੋਏ ਸੀ। ਤਾਂ ਹੁਣ ਬਹੁਤ ਸਾਰੀਆਂ ਕੜੀਆਂ ਖੁੱਲ ਰਹੀਆਂ ਨੇ। ਇਸੇ ਸਭ ਜਾਣਕਾਰੀ ਤੋਂ ਬਾਅਦ ਹੀ ਪੁਲਿਸ ਨੇ ਇਹ ਸਾਰੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਨਾਲ ਰਿਲੇਟਡ ਇਹ ਸਟੇਟਸ ਰਿਪੋਰਟ ਪੁਲਿਸ ਨੇ ਜਾਰੀ ਕੀਤੀ ਸੀ, ਜਨਤਕ ਹੋ ਗਈ ਹੈ। ਹੁਣ ਉਸੇ ਆਧਾਰ ਤੇ ਅਸੀਂ ਦੱਸਿਆ ਕਿ ਜਿਹੜੇ 10 ਗ੍ਰਿਫਤਾਰ ਹੋ ਚੁੱਕੇ ਨੇ ਤੇ ਉਹ ਕਿੱਥੋਂ ਕਿੱਥੇ ਪਹੁੰਚੇ, ਇਸ ਪੂਰੇ ਕਤਲकांड ਦੇ ਵਿੱਚ ਕਿਸ ਆਰੋਪੀ ਦਾ, ਕਿਸ ਮੁਲਜ਼ਮ ਦਾ ਕੀ ਰੋਲ ਸੀ ਜਾਂ ਕਿਸ ਨੇ ਕੀ ਰੋਲ ਨਿਭਾਇਆ, ਇਹ ਅਸੀਂ ਪ੍ਰੋਪਰ ਡਿਟੇਲ ਦੇ ਵਿੱਚ ਹੁਣ ਆਪਣੇ ਦਰਸ਼ਕਾਂ ਨੂੰ ਅਸੀਂ ਦੱਸ ਕੇ ਹਟਿਆ। ਸੋ ਉਮੀਦ ਹੈ ਕਿ ਹਾਲੇ ਤੱਕ ਵੀ ਜਿਹੜੇ ਲੋਕਾਂ ਨੂੰ ਇਸ ਵਾਰਦਾਤ ਦੇ ਬਾਰੇ ਜਾਂ ਵਾਰਦਾਤ ਦੇ ਮੁਲਜ਼ਮਾਂ ਬਾਰੇ ਨਹੀਂ ਪਤਾ ਸੀ, ਇਸ ਰਿਪੋਰਟ ਦੇ ਵਿੱਚ ਬੜੀ ਅਹਿਮ ਜਾਣਕਾਰੀ ਉਹਨਾਂ ਤੱਕ ਪਹੁੰਚ ਗਈ ਹੈ। ਸੋ ਲਗਾਤਾਰ ਇਸ ਕੇਸ ਦੇ ਉੱਤੇ ਸਾਡੀ ਵੀ ਨਜ਼ਰ ਹੈ, ਪਰ ਜਿਵੇਂ ਹੀ ਕੋਈ ਪੁਖਤਾ ਜਾਣਕਾਰੀ ਪੁਲਿਸ ਦੇ ਸੋਰਸਾਂ ਤੋਂ ਜਾਂ ਪੁਲਿਸ ਵੱਲੋਂ ਸਾਂਝੀ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਫਿਰ ਤੋਂ ਰਿਪੋਰਟ ਪੇਸ਼ ਕੀਤੀ ਜਾਵੇਗੀ। ਫਿਲਹਾਲ ਦੇ ਲਈ ਇੰਨਾ ਹੀ, ਸ਼ੁਕਰੀਆ।